ਜਦੋਂ 1921 ਦੇ ਵਿੱਚ ਆ ਕੇ ਦਯਾਰਾਮ ਸਾਨੀ ਨੇ ਹੜੱਪਾ ਸਾਈਟ ਐਕਸਪਲੋਰ ਕਰ ਲਈ ਰਾਵੀ ਰਿਵਰ ਤੇ। ਫਿਰ ਮੋਹਨਜਦਾੜੋ ਆਰ.ਡੀ ਬੈਨਰਜੀ ਨੇ ਕੀਤੀ ਜੀ, ਠੀਕ ਹੈ, ਉਹ ਇੰਡਸ ਤੇ ਕੀਤੀ। ਹੁਣ ਮੁੱਖ ਦਾ ਇਤਿਹਾਸ ਵੀ ਨਾ ਤਿੰਨ ਪਾਰਟ ਚ ਡਿਵਾਈਡ ਹੈ, ਪ੍ਰੀ ਹਿਸਟਰੀ, ਪ੍ਰੋਟੋ ਹਿਸਟਰੀ ਐਂਡ ਹਿਸਟੋਰੀਕਲ ਪੀਰੀਅਡ। ਪ੍ਰੀ ਹਿਸਟਰੀ ਦੇ ਵਿੱਚ ਸਰ ਅਵਸ਼ੇਸ਼ ਨਹੀਂ ਮਿਲਦੇ ਸਨ। ਪ੍ਰੋਟੋ ਹਿਸਟਰੀ ਸਰ ਆਹੀ ਹੈ ਜੀ ਸਾਰੀ ਇੰਡਸ ਵੈਲੀ ਸਿਵਲਾਈਜੇਸ਼ਨ, ਇਹ ਸਾਰੀ ਪ੍ਰੋਟੋ ਹਿਸਟਰੀ ਹੈ ਜਿਹਦੇ ਵਿੱਚ ਅਵਸ਼ੇਸ਼ ਮਿਲ ਰਹੇ ਨੇ ਸਰ, ਪੜ੍ਹੇ ਨਹੀਂ ਜਾ ਰਹੇ ਕਿਉਂਕਿ ਸਰ ਇਹਨਾਂ ਦੀ ਜਿਹੜੀ ਲਿਪੀ ਹੈ ਉਹ ਪੜ੍ਹੀ ਨਹੀਂ ਜਾਂਦੀ ਸਰ। ਲਿਪੀ ਚਿਤਰਾਤਮਕ ਲਿਪੀ ਸੀ ਸਰ ਇਹਨਾਂ ਦੀ ਜਿਹੜੀ। ਸਰ ਉਸ ਤੋਂ ਬਾਅਦ ਆਇਆ ਹਿਸਟੋਰੀਕਲ ਪੀਰੀਅਡ ਜਿਹਦੇ ਵਿੱਚ ਅਵਸ਼ੇਸ਼ ਵੀ ਮਿਲ ਰਹੇ ਨੇ, ਪੜਿਆ ਵੀ ਜਾ ਰਿਹਾ ਤੇ ਉਹਨੂੰ ਐਕਸਪਲੋਰ ਵੀ ਕੀਤਾ ਜਾ ਰਿਹਾ ਹੈ, ਸਮਝ ਵੀ ਆ ਰਹੀ ਹੈ। ਸਾਡੇ ਸਟੂਡੈਂਟਸ ਨੇ ਐਮਏ ਦੇ, ਪੀਜੀ ਦੇ ਸਟੂਡੈਂਟਸ, ਗ੍ਰੈਜੂਏਸ਼ਨ ਦੇ ਸਟੂਡੈਂਟਸ ਨੇ ਬਣਾਈਆਂ ਨੇ ਸਾਰੀਆਂ ਚੀਜ਼ਾਂ। ਇਹਦੇ ਚੋਂ ਕੋਈ ਵੀ ਚੀਜ਼ ਬਾਏ ਨਹੀਂ ਕੀਤੀ ਗਈ ਸਰ। ਇਹ ਰੇਅਰ ਕੋਇਨਸ ਨੇ ਜੀ ਸਾਡੇ। ਰੁਪਈਏ ਦਾ ਇਤਿਹਾਸ ਦੱਸਿਆ ਜੀ, ਪਹਿਲਾਂ ਕੀ ਹੁੰਦਾ ਸੀਗਾ ਇੰਡੀਆ ਦੇ ਵਿੱਚ। ਫੁੱਟੀ ਕੌੜੀ ਸੀ, ਕੌੜੀ ਤੋਂ ਦਮੜੀ ਬਣਿਆ, ਦਮੜੀ ਤੋਂ ਢੇਲਾ ਬਣਿਆ, ਢੇਲੇ ਤੋਂ ਪਾਈ, ਪਾਈ ਤੋਂ ਪੈਸਾ, ਪੈਸੇ ਤੋਂ ਆਨਾ, ਆਨੇ ਤੋਂ 1 ਰੁਪਈਆ। 1 ਰੁਪਏ ਦੀ ਕਾਰਡ ਕੱਢੀ ਹੈ ਸ਼ੇਰਸ਼ਾਹ ਸੂਰੀ ਨੇ। ਬੱਚਿਆਂ ਨੂੰ ਪਤਾ ਹੀ ਨਹੀਂ। ਮੈਂ ਜਦੋਂ ਇੱਥੇ ਆਈ ਸੀ ਨਾ, ਬੱਚਿਆਂ ਨੂੰ ਇੰਨਾ ਹੀ ਪਤਾ ਪਟਵਾਰੀ ਦਾ ਟੈਸਟ ਦੇਣਾ, ਪੁਲਿਸ ਦਾ ਟੈਸਟ ਦੇਣਾ। ਬੱਚਿਆਂ ਨੂੰ ਆ ਕੇ ਅਸੀਂ ਦੱਸਿਆ ਪੁਰਾਤਤਵ ਵਿਭਾਗ ਦੇ ਵਿੱਚ ਵੀ ਪੋਸਟਾਂ ਨਿਕਲਦੀਆਂ, ਮਿਊਜ਼ੀਅਮ ਦਾ ਇੰਸਟ੍ਰਕਟਰ ਵੀ ਬਣਿਆ ਜਾ ਸਕਦਾ ਹੈ, ਸੈਰ ਸਪਾਟਾ ਵਿਭਾਗ, ਟੂਰਿਸਟ ਡਿਪਾਰਟਮੈਂਟ ਦੇ ਵਿੱਚ ਵੀ ਸਾਡੀ ਇਹ ਬੁੱਕਤ ਪੈਂਦੀ ਹੈ। ਸਾਡੀਆਂ 4 ਸੱਭਿਅਤਾਵਾਂ ਨੇ। ਮੈਸੋਪੋਟਾਮੀਆ ਦੀ ਸੱਭਿਅਤਾ ਜਿਹੜਾ ਅੱਜ ਦਾ ਇਰਾਕ ਹੈ, ਇਰਾਕ ਜੀ, ਹਾਂਜੀ। ਚਾਈਨਾ ਦੀ ਸੱਭਿਅਤਾ ਸਰ ਯੈਲੋ ਰਿਵਰ ਤੇ ਹੈ। ਮੈਸੋਪੋਟਾਮੀਆ ਦੀ ਦਜਲਾ ਤੇ ਫਰਾਤ ਰਿਵਰ ਤੇ ਹੈ। ਫਿਰ ਉਸ ਤੋਂ ਬਾਅਦ ਇਜਿਪਟ ਦੀ ਸੱਭਿਅਤਾ ਜਿਹੜੀ ਨਾਈਲ ਰਿਵਰ ਤੇ ਹੈ ਸਰ। ਸਰ ਸਾਡਾ ਹਿਊਮਨ ਸੀਗਾ ਹੋਮੋਮਿਡਾ ਜਿਹੜਾ 4 ਪੈਰਾਂ ਤੇ ਚੱਲਦਾ ਸੀ ਸਰ। ਫਿਰ ਆਇਆ ਹੋਮੋ ਇਰੈਕਟਸ ਦੀ ਰੀੜ੍ਹ ਦੀ ਹੱਡੀ ਕਾਮਯਾਬ ਹੋ ਗਈ। ਅੱਜ ਦੇ ਆ ਹੈਗੇ ਆਪਾਂ ਹੋਮੋ ਸੈਪੀਅਨਸ ਜਿਹੜਾ ਸਾਰਾ ਕੁਝ ਜਾਣਦੇ ਆ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਪਹੁੰਚੇ ਸੀ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿੱਚ, ਤੇ ਜਿੱਥੇ ਨਾ ਹਿਸਟਰੀ ਦਾ ਜਿਹੜਾ ਡਿਪਾਰਟਮੈਂਟ ਹੈ ਉੱਥੇ ਨਾ ਇੱਕ ਮਿਊਜ਼ੀਅਮ ਬਣਿਆ, ਤੇ ਉਹ ਦੇਖ ਕੇ ਮਤਲਬ ਬਹੁਤ ਦੁਰਲਭ ਚੀਜ਼ਾਂ ਜੋ ਮੈਮ ਹੋਰਾਂ ਨੇ ਸੰਭਾਲ ਕੇ ਰੱਖੀਆਂ ਨੇ, ਤੇ ਬੱਚਿਆਂ ਨੂੰ ਅਸਲ ਪ੍ਰੈਕਟੀਕਲੀ ਦੱਸਿਆ ਜਾਂਦਾ ਵੀ ਆਹ ਚੀਜ਼ ਇਹ ਸੀ। ਤੇ ਉਹ ਸਾਰੀ ਜਾਣਕਾਰੀ ਲਵਾਂਗੇ ਤੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਸਰ। ਸਭ ਤੋਂ ਪਹਿਲਾਂ ਤਾਂ ਮੈਮ ਤੁਹਾਡਾ ਨਾਮ ਤੇ। ਸਰ ਮੈਂ ਡਾਕਟਰ ਸੁਖਵਿੰਦਰ ਕੌਰ ਸਹੋਤਾ, ਹੈਡ ਆਫ ਹਿਸਟਰੀ ਡਿਪਾਰਟਮੈਂਟ ਆ। ਮੈਂ ਇੱਥੇ ਸਰ ਜੁਆਇਨ ਕੀਤਾ ਸੀ 2011 ਦੇ ਵਿੱਚ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿੱਚ। ਜਦੋਂ ਮੈਂ ਆਈ ਸੀ ਇੱਥੇ ਐਮਏ ਸਟਾਰਟ ਸੀਗੀ, ਤੇ ਮੈਂ ਆ ਕੇ ਦੇਖਿਆ ਵੀ ਮੈਨੂੰ ਇੱਕ ਐ ਹੁੰਦਾ ਸੀ ਸਰ, ਹਮੇਸ਼ਾ ਮੈਂ ਜਦੋਂ ਹਿਸਟਰੀ ਪੜ੍ਹਦੀ ਸੀ, ਪੜ੍ਹਦੇ ਬੋਰ ਹੋ ਜਾਂਦੇ ਸੀ। ਦੈਟਸ ਵਾਈ ਮੈਨੂੰ ਐ ਸੀ ਮੈਂ ਇਸ ਸਬਜੈਕਟ ਨੂੰ ਇੰਟਰਸਟਿੰਗ ਕਿਵੇਂ ਬਣਾਉਣਾ। ਮੈਂ ਆਈ ਇੱਥੇ, ਮੈਨੂੰ ਬਲ ਸਾਹਿਬ ਨੇ ਮੌਕਾ ਦਿੱਤਾ। ਦੈਨ ਫਿਰ ਮੈਂ ਆਪਣੇ ਆਪ ਨੂੰ ਥੋੜ੍ਹਾ ਬਹੁਤਾ ਬੱਚਿਆਂ 'ਚ ਇਨਵੋਲਵ ਕਰਨਾ ਸਟਾਰਟ ਕੀਤਾ ਤੇ ਹਿਸਟਰੀ ਨੂੰ ਇੱਕ ਪ੍ਰੈਕਟੀਕਲ ਵੇ ਨਾਲ ਦਿਖਾਉਣਾ ਸਟਾਰਟ ਕੀਤਾ। ਮੈਂ ਸਰ ਇਹ ਦਾਅਵੇ ਨਾਲ ਕਹਿੰਦੀ ਹਾਂ, ਪੰਜਾਬ 'ਚ ਕਿਸੇ ਵੀ ਕਾਲਜ 'ਚ ਚੱਲ ਜਾਓ, ਉੱਥੇ ਤੁਹਾਨੂੰ ਐਵੇਂ ਦਾ ਮਿਊਜ਼ੀਅਮ ਨਹੀਂ ਮਿਲਣਾ ਸਰ। ਮੈਨੂੰ ਲੱਗਦਾ ਵੀ ਕਿਤੇ ਵੀ ਨਹੀਂ ਮਿਲਦਾ ਜੀ ਦੇਖਣ ਨੂੰ, ਜਿਵੇਂ ਤੁਸੀਂ ਸਭ ਕੁਝ ਸੰਭਾਲ ਕੇ ਰੱਖਿਆ ਬਹੁਤ ਸੋਹਣੇ ਤਰੀਕੇ ਨਾਲ। ਤੇ ਇਹ ਸਰ ਅਸੀਂ ਨਾ ਦਯਾਰਾਮ ਸਾਨੀ ਨਾਂ ਦਾ ਮਿਊਜ਼ੀਅਮ ਬਣਾਇਆ। ਸਾਨੂੰ ਸਾਰੇ ਕਹਿੰਦੇ ਨੇ ਤੁਸੀਂ ਪੰਜਾਬ 'ਚ ਰਹਿੰਦੇ ਹੋ, ਤੁਸੀਂ ਆਹੀ ਕਿਉਂ ਟੌਪਿਕ ਚੂਜ਼ ਕੀਤਾ ਦਯਾਰਾਮ ਸਾਨੀ? ਕਿਉਂਕਿ ਸਰ ਸਾਡੀ ਹਿਸਟਰੀ ਹੈ ਨਾ ਜਿਹੜੀ, ਉਹ ਸਟਾਰਟ ਤਾਂ ਹੁੰਦੀ ਹੈ ਹਿਸਟੋਰੀਅਨ ਦੇ ਅਕੋਰਡਿੰਗ 1500 BC ਤੋਂ, ਬਟ 1921 ਦੇ ਵਿੱਚ ਜਦੋਂ ਸਰ 16ਵੀਂ ਸਦੀ ਦੇ ਵਿੱਚ ਅੰਗਰੇਜ਼ ਆ ਗਏ, ਉਸ ਟਾਈਮ ਸਰ 1921 ਦੇ ਵਿੱਚ ਆਰਕੋਲੋਜਿਸਟ ਸੀ ਦਯਾਰਾਮ ਸਾਨੀ, ਜਿਨ੍ਹਾਂ ਨੇ ਹੜੱਪਾ ਸਾਈਟ ਹੈ ਜਿਹੜੀ ਇਨਵੈਂਟ ਕੀਤੀ। ਇੰਡੀਆ 'ਚ ਜਦੋਂ ਅੰਗਰੇਜ਼ ਆਏ ਨੇ ਉਸ ਵੇਲੇ ਸਰ ਉਹਨਾਂ ਨੇ ਖੋਜ ਖੁਦਾਈ, ਕਿਉਂਕਿ ਰੇਲਵੇ ਟਰੈਕਸ ਵਿਛੜੇ ਨੇ। 1853 ਦੀ ਗੱਲ ਚੱਲ ਰਹੀ ਹੈ, 54 ਦੀ ਗੱਲ, ਡਲਹੌਜੀ ਆ ਕੇ ਰੇਲਵੇ ਟਰੈਕ ਵਿਛਾ ਰਿਹਾ ਸਰ। ਜਦੋਂ ਰੇਲਵੇ ਟਰੈਕ ਵਿਛਾਉਣ ਲਈ ਲਾਹੌਰ ਤੋਂ ਕਰਾਚੀ ਇੱਕ ਰੇਲਵੇ ਲਾਈਨ ਵਿਛਾਉਣੀ ਸੀ ਸਰ, ਉਦੋਂ ਜਦੋਂ ਖੁਦਾਈ ਹੋਈ ਹੈ ਸਰ, ਪਤਾ ਚੱਲਿਆ ਕਿ ਇਹਦੇ ਨੀਚੇ ਮਤਲਬ ਕਿ ਇੱਕ ਸੱਭਿਅਤਾ ਹੋਰ ਹੈ, ਕਿਉਂਕਿ ਇੱਟਾਂ ਦੀ ਲੋੜ ਪੈ ਰਹੀ ਸੀਗੀ, ਰੋੜੀ ਦੀ ਲੋੜ ਪੈਂਦੀ ਹੈ ਜਦੋਂ ਮਤਲਬ ਕਿ ਤੁਸੀਂ ਪਟੜੀਆਂ ਵਿਛਾਉਂਦੇ ਹੋ ਸਰ। ਜਿਹੜੇ ਮਜ਼ਦੂਰ ਸੀ ਉਸ ਵੇਲੇ ਉਹਨਾਂ ਨੇ ਕੰਮ ਰੋਕਤਾ। ਸਰ ਜੌਨ ਮਾਰਸ਼ਲ ਆਏ ਸੀ, ਉਹਨਾਂ ਨੇ ਕੰਮ ਕੁਮ ਰੋਕਤੇ ਵੀ ਭਾਈ ਰੇਲਵੇ ਨਹੀਂ ਬਣ ਸਕਦੀ ਇੱਥੇ ਹਲੇ ਰੇਲਵੇ, ਕਿਉਂਕਿ ਸਾਡੇ ਕੋਲੇ ਮਟੀਰੀਅਲ ਨਹੀਂ। ਉਹ ਕਹਿੰਦੇ ਕਿਸ ਚੀਜ਼ ਦੀ ਲੋੜ ਹੈ? ਕਹਿੰਦੇ ਰੋੜੀ ਦੀ ਲੋੜ ਹੈ। ਕਹਿੰਦੇ ਜੀ ਅਸੀਂ ਤੁਹਾਨੂੰ ਇੱਟਾਂ ਲਿਆ ਦਈਏ ਕਿਤੋਂ? ਉਹ ਸਰ ਸਾਹਮਣੇ ਟਿੱਲੇ ਤੇ ਜਾਂਦੇ ਸੀ, ਉਹ ਹੜੱਪਾ ਦਾ ਟਿੱਲਾ ਸੀ ਜਿੱਥੋਂ ਇੱਟਾਂ ਚੱਕ ਕੇ ਲਿਆਉਂਦੇ ਸੀ। ਉਹਨਾਂ ਨੇ ਦੇਖਿਆ ਵੀ ਆ ਇੱਟਾਂ ਵੀ ਬੜੀਆਂ ਉਹ ਨੇ, ਲਾਲ ਰੰਗ ਦੀਆਂ ਇੱਟਾਂ ਨੇ। ਜਦੋਂ ਸਰ ਖੋਜ ਖੁਜਾਈ ਹੋਈ, ਉਹਨਾਂ ਨੇ ਐਕਸਪਲੋਰ ਕੀਤੇ ਧਰਤੀ, ਜਦੋਂ ਦੇਖਿਆ ਉਹਦੇ ਨੀਚੇ ਇੱਕ ਹੋਰ ਸੱਭਿਅਤਾ ਪਨਪ ਕੇ ਆਈ। ਸਰ ਸਾਡੀਆਂ 4 ਸੱਭਿਅਤਾਵਾਂ ਨੇ। ਮੈਸੋਪੋਟਾਮੀਆ ਦੀ ਸੱਭਿਅਤਾ ਜਿਹੜਾ ਅੱਜ ਦਾ ਇਰਾਕ ਹੈ, ਇਰਾਕ ਜੀ, ਹਾਂਜੀ। ਚਾਈਨਾ ਦੀ ਸੱਭਿਅਤਾ ਸਰ ਯੈਲੋ ਰਿਵਰ ਤੇ ਹੈ। ਮੈਸੋਪੋਟਾਮੀਆ ਦੀ ਦਜਲਾ ਤੇ ਫਰਾਤ ਰਿਵਰ ਤੇ ਹੈ। ਫਿਰ ਉਸ ਤੋਂ ਬਾਅਦ ਇਜਿਪਟ ਦੀ ਸੱਭਿਅਤਾ ਜਿਹੜੀ ਨਾਈਲ ਰਿਵਰ ਤੇ ਹੈ ਸਰ। ਸਰ ਸਾਡੇ ਹਿਸਟਰੀ ਵਾਲੇ ਅਸੀਂ ਬਾਰ-ਬਾਰ ਬੱਚਿਆਂ ਨੂੰ ਦੱਸਦੇ ਹਾਂ ਕਿ ਫਸਟ ਹਿਊਮਨ ਕਿੱਥੋਂ ਆਇਆ। ਅਸੀਂ ਬੋਲਦੇ ਹਾਂ ਸਾਊਥ ਅਫਰੀਕਾ, ਇਥੋਪੀਆ ਤੋਂ ਆਇਆ, ਜਿਹੜਾ 4.5 ਫੁੱਟ ਦਾ ਸੀ ਇਨਸਾਨ। ਕਿਉਂਕਿ ਸਰ ਅਸੀਂ ਚਿੰਪੈਂਜੀ, ਗੁਰੀਲਾ ਇਹਨਾਂ ਦੀ ਔਲਾਦ ਆ, ਹਨਾ। ਇਹ ਸਾਡੇ ਪੂਰਵਜ ਨੇ, ਉਹਨਾਂ ਤੋਂ ਉਤਪੰਨ ਹੋਏ। ਜਿਹੜਾ ਗਿਬਨ ਸੀ ਉਹਦਾ ਕਹਿੰਦੇ ਦਿਮਾਗ ਬਹੁਤ ਤੇਜ਼ ਸੀ। ਪਰ ਸਰ ਅਸੀਂ ਚੂਜ਼ ਕੀਤਾ ਇੱਥੇ ਵੀ ਸਾਡੀ ਹਿਸਟਰੀ ਇੱਥੋਂ ਹੀ ਸਟਾਰਟ ਡਾਊਨ ਹੋ ਰਹੀ ਹੈ। ਅਸੀਂ ਕੀਤਾ 2500 BC ਤੋਂ ਲੈ ਕੇ 1750 ਦਾ ਟਾਈਮ ਲੈ ਲਿਆ, ਜਦੋਂ 1921 ਦੇ ਵਿੱਚ ਆ ਕੇ ਦਯਾਰਾਮ ਸਾਨੀ ਨੇ ਹੜੱਪਾ ਸਾਈਟ ਐਕਸਪਲੋਰ ਕਰ ਲਈ ਰਾਵੀ ਰਿਵਰ ਤੇ। ਫਿਰ ਮੋਹਨਜਦਾੜੋ ਆਰ.ਡੀ ਬੈਨਰਜੀ ਨੇ ਕੀਤੀ, ਠੀਕ ਹੈ, ਉਹ ਇੰਡਸ ਤੇ ਕੀਤੀ। ਹੁਣ ਇੰਡਸ ਰਿਵਰ ਦਾ ਵੀ ਸਰ ਆਪਣਾ ਇੱਕ ਇਤਿਹਾਸ ਹੈ। ਜਦੋਂ ਪਰਸ਼ੀਅਨਸ ਆਏ, ਯੂਨਾਨੀ ਆਏ, ਗ੍ਰੀਕ ਵਾਲੇ ਆਏ,
ਈਰਾਨੀ ਆਏ, ਉਹਨਾਂ ਨੇ ਹਮਲੇ ਕੀਤੇ ਨੇ, ਇੱਥੇ ਵਪਾਰ ਕਰਨ ਵੀ ਆਉਂਦੇ ਰਹੇ ਨੇ ਸਰ ਉਹ। ਜਦੋਂ ਸਿੰਧੂ ਰਿਵਰ ਪਾਰ ਕਰਕੇ ਆਉਂਦੇ ਸੀ ਨਾ, ਉਸ ਵੇਲੇ ਕੀ ਸੀ ਸਰ, ਅਸੀਂ ਮਤਲਬ ਕਿ ਜਦੋਂ ਵਪਾਰ ਹੁੰਦਾ ਸੀ, ਸਾਡਾ ਵਪਾਰ ਇਸ ਥਰੂ ਹੁੰਦਾ ਸੀ, ਉਹ ਸਿੰਧੂ ਰਿਵਰ ਟੱਪਣੀ ਪੈਂਦੀ ਸੀ। ਉੱਥੇ ਪੰਡਤ ਜਿਹੜੇ ਸੀ ਸਰ, ਅੱਜ ਦੀ ਡੇਟ 'ਚ ਤਾਂ ਅਸੀਂ ਬੜੀਆਂ ਦੂਜੀ ਤਰੀਕੇ ਦੀਆਂ ਪੂਜਾਵਾਂ ਕਰਨ ਲੱਗ ਗਏ ਹਾਂ, ਬਾਬਾ ਸਿਸਟਮ ਆ ਗਿਆ ਸਰ, ਹੈ ਨਾ। ਬਟ ਉਸ ਵੇਲੇ ਕੁਦਰਤੀ ਚੀਜ਼ਾਂ ਦੀ ਪੂਜਾ ਹੁੰਦੀ ਸੀ, ਮਾਤਾ ਦੀ ਪੂਜਾ, ਪਾਣੀ ਦੀ ਪੂਜਾ ਹੁੰਦੀ ਸੀ। ਜਦੋਂ ਪਾਣੀ ਦੀ ਪੂਜਾ ਕਰਦੇ ਪੰਡਤਾਂ ਤੋਂ ਪੁੱਛਿਆ ਗਿਆ ਈਰਾਨੀਆਂ ਨੇ ਵੀ ਆਹ ਕਿਹੜੀ ਮਾਤਾ ਆ, ਉਹਨਾਂ ਨੇ ਕਿਹਾ ਵੀ ਕਿਹੜੀ ਰਿਵਰ ਹੈ, ਫਲੋ ਕਿਹੜੀ ਰਿਵਰ ਕਰ ਰਹੀ ਹੈ, ਉਹ ਕਹਿੰਦੇ ਜੀ ਇਹ ਸਿੰਧੂ ਮਾਤਾ ਆ। ਹੁਣ ਸਰ ਟੰਗ ਪ੍ਰੋਬਲਮ, ਮਤਲਬ ਕਿ ਬੋਲਣ 'ਚ ਫਰਕ ਹੈ ਪਰਸ਼ੀਅਨ ਦਾ। ਉਹਨਾਂ ਨੇ ਕਿਹਾ ਮਤਲਬ ਕਿ ਉਹਨਾਂ ਨੂੰ ਤਾਂ ਸੁਣ ਲਿਆ ਵੀ ਸਿੰਧੂ ਮਾਤਾ, ਉਹਨਾਂ ਦੇ ਬੋਲਣ 'ਚ ਹਿੰਦੂ, ਉੱਥੋਂ ਹੀ ਪੈ ਗਿਆ ਸਰ ਹਿੰਦੁਸਤਾਨ। ਹਿੰਦੁਸਤਾਨ ਮਤਲਬ ਕਿ ਸਾਡੇ ਭਾਰਤ ਦੇ 3 ਨਾਮ ਨੇ, ਹਿੰਦੁਸਤਾਨ, ਇੰਡੀਆ ਐਂਡ ਭਾਰਤ। ਹੁਣ ਸਰ ਜਿਹੜੇ ਯੂਨਾਨੀ ਆਏ, ਯੂਨਾਨੀਆਂ ਨੂੰ ਉਹਨਾਂ ਨੇ ਪੁੱਛਿਆ ਈਰਾਨੀਆਂ ਨੂੰ, ਭਾਈ ਤੁਸੀਂ ਕਿਹੜੀ ਰਿਵਰ ਪਾਰ ਕਰਕੇ ਇੰਡੀਆ ਦੇ ਵਿੱਚ ਵਪਾਰ ਕਰਨ ਜਾਂਦੇ ਹੋ? ਉਹ ਕਹਿੰਦੇ ਜੀ, ਉਹਨਾਂ ਨੇ ਤਾਂ ਆਪਣੇ ਵੱਲੋਂ ਦੱਸਿਆ ਹਿੰਦੂ ਤੋਂ ਇੰਡੀ ਕਹਿਣ ਲੱਗੇ। ਅੰਗਰੇਜ਼ਾਂ ਨੇ ਆ ਕੇ ਸਰ ਇਹਨੂੰ ਮੋਡੀਫਾਈ ਕੀਤਾ 16ਵੀਂ ਸਦੀ ਦੇ ਵਿੱਚ, ਇਹਨੂੰ ਕਰਤਾ ਇੰਡੀਆ। ਠੀਕ ਹੈ ਸਰ, ਇੰਡਸ ਰਿਵਰ ਦੇ ਉੱਤੇ ਹੀ ਆ ਸੱਭਿਅਤਾ ਫੈਲੀ ਹੋਈ ਹੈ, ਜਿਹਨੂੰ ਦਯਾਰਾਮ ਸਾਹਨੀ ਆਰਕੋਲੋਜਿਸਟ ਨੇ ਜਿਹੜਾ ਆ ਮਤਲਬ ਕਿ ਫਾਊਂਡ ਕੀਤਾ 1921 ਦੇ ਵਿੱਚ। ਸਰ ਸਾਡੇ ਆਰਕੋਲੋਜਿਸਟ ਡਿਪਾਰਟਮੈਂਟ ਦਾ ਜਿਹੜਾ ਲੀਡਰ ਸੀਗਾ, ਜਿਹੜੇ ਹੈੱਡ ਸੀ, ਉਹ ਸੀ ਅਲੈਗਜ਼ੈਂਡਰ ਕਨਿੰਗਮ। ਠੀਕ ਹੈ ਸਰ, ਉੱਥੋਂ ਇਹ ਫਾਊਂਡ ਹੋਈਆਂ ਨੇ ਸਾਰੀਆਂ ਚੀਜ਼ਾਂ। ਸਰ ਉਸ ਵੇਲੇ ਦੇ ਜਿਹੜੇ ਘਰ ਸੀਗੇ ਇਸ ਤਰੀਕੇ ਦੇ ਸੀਗੇ, ਲਾਲ ਇੱਟਾਂ ਦੇ ਬਣੇ ਹੋਏ ਘਰ ਸੀਗੇ। ਠੀਕ, ਤੇ ਸਰ ਉੱਥੇ ਦਾ ਡਰੇਨ ਸਿਸਟਮ, ਨਾਲੀਆਂ ਸਿਸਟਮ, ਸੜਕਾਂ ਇੱਕ ਦੂਜੇ ਨੂੰ ਕ੍ਰੋਸ ਕਰਦੀਆਂ ਸੀ ਟ੍ਰਾਇੰਗਲ ਤੇ, ਜਿਹੜੀਆਂ ਇੱਕ ਦੂਜੇ ਜਦੋਂ ਹਵਾ ਚੱਲਦੀ ਸੀ ਸਰ ਆਪਣੇ ਆਪ ਹੀ ਸੜਕਾਂ ਸਾਫ਼ ਹੋ ਜਾਂਦੀਆਂ ਸੀ। ਉੱਥੋਂ ਸਰ ਸਾਨੂੰ ਇਹ ਵੀ ਪਤਾ ਚੱਲਦਾ ਜਦੋਂ ਖੋਜ ਖੁਜਾਈ ਹੋਈ, ਮੋਹਨਜਦਾੜੋ ਤੋਂ ਆ ਨਾਚੀ ਦੀ ਮੂਰਤੀ ਮਿਲੀ ਹੈ ਸਰ। ਨਾਚੀ ਦੀ ਮੂਰਤੀ ਤੋਂ ਪਤਾ ਚੱਲਦਾ ਉਸ ਵੇਲੇ ਵੀ ਲੋਕ ਹੈ ਜਿਹੜਾ ਨੱਚਣਾ ਗਾਣਾ ਪਸੰਦ ਕਰਦੇ ਸੀ। ਤੇ ਸਰ ਹਥਿਆਰ, ਡੈਟ ਮੀਨਸ ਇਹਨਾਂ, ਕਿਉਂਕਿ ਦੇਖੋ ਮਨੁੱਖ ਦਾ ਇਤਿਹਾਸ ਵੀ ਨਾ 3 ਪਾਰਟ 'ਚ ਡਿਵਾਈਡ ਹੈ, ਪ੍ਰੀ ਹਿਸਟਰੀ, ਪ੍ਰੋਟੋ ਹਿਸਟਰੀ ਐਂਡ ਹਿਸਟੋਰੀਕਲ ਪੀਰੀਅਡ। ਪ੍ਰੀ ਹਿਸਟਰੀ ਦੇ ਵਿੱਚ ਸਰ ਅਵਸ਼ੇਸ਼ ਨਹੀਂ ਮਿਲਦੇ ਸਾਨੂੰ, ਨਾ ਹੀ ਰਿਟਨ ਸੋਰਸਿਸ। ਅਵਸ਼ੇਸ਼ ਮਿਲ ਰਹੇ ਨੇ, ਥੋੜੇ ਬਹੁਤੇ ਮਿਲ ਰਹੇ ਨੇ, ਕਿਸੇ ਦੀ ਉਂਗਲ ਮਿਲ ਗਈ, ਕੁਛ ਮਿਲ ਗਿਆ, ਪਰ ਸਰ ਰਿਟਨ ਸੋਰਸਿਸ ਨਹੀਂ। ਜਿੰਨੀ ਦੇਰ ਤੱਕ ਰਿਟਨ ਸੋਰਸਿਸ ਨਹੀਂ, ਕਿਵੇਂ ਕਹਿਦਾ ਮੈਂ ਕਿੱਥੋਂ ਆਈ ਹੈ। ਪ੍ਰੋਟੋ ਹਿਸਟਰੀ ਸਰ ਆਹੀ ਹੈ ਜੀ ਸਾਰੀ, ਇੰਡਸ ਵੈਲੀ ਸਿਵਲਾਈਜੇਸ਼ਨ, ਇਹ ਸਾਰੀ ਪ੍ਰੋਟੋ ਹਿਸਟਰੀ ਹੈ ਜਿਹਦੇ ਵਿੱਚ ਅਵਸ਼ੇਸ਼ ਮਿਲ ਰਹੇ ਨੇ ਸਰ, ਪੜ੍ਹੇ ਨਹੀਂ ਜਾ ਰਹੇ, ਕਿਉਂਕਿ ਸਰ ਇਹਨਾਂ ਦੀ ਜਿਹੜੀ ਲਿਪੀ ਹੈ ਉਹ ਪੜ੍ਹੀ ਨਹੀਂ ਜਾਂਦੀ ਸਰ। ਲਿਪੀ ਚਿਤਰਾਤਮਕ ਲਿਪੀ ਸੀ ਸਰ ਇਹਨਾਂ ਦੀ, ਜਿਹੜੀ ਸਕ੍ਰਿਪਟ ਸੀ ਨਾ ਇੰਡਸ ਵੈਲੀ ਦੀ, ਜਿਹੜੀ ਕਹਿ ਲਓ ਲੈਂਗੁਏਜ ਸੀ, ਸਕ੍ਰਿਪਟ ਸੀ, ਇਹ ਚਿਤਰਾਤਮਕ ਸੀ, ਚਿੱਤਰਾਂ ਦੇ ਰਾਹੀਂ ਆਪਣੇ ਆਪ ਨੂੰ ਪਰਫਾਰਮ ਕਰਦੇ ਸੀ, ਪੜ੍ਹੀ ਨਹੀਂ ਜਾਂਦੀ ਸੀ ਸਰ। ਉਸ ਤੋਂ ਬਾਅਦ ਆਇਆ ਹਿਸਟੋਰੀਕਲ ਪੀਰੀਅਡ, ਜਿਹਦੇ ਵਿੱਚ ਅਵਸ਼ੇਸ਼ ਵੀ ਮਿਲ ਰਹੇ ਨੇ, ਪੜ੍ਹਿਆ ਵੀ ਜਾ ਰਿਹਾ ਤੇ ਉਹਨੂੰ ਐਕਸਪਲੋਰ ਵੀ ਕੀਤਾ ਜਾ ਰਿਹਾ ਹੈ, ਸਮਝ ਵੀ ਆ ਰਹੀ ਹੈ। ਜਿਵੇਂ ਅਸੀਂ ਮਨੁੱਖ ਨੂੰ ਕਹਿੰਦੇ ਪਹਿਲਾ ਹਿਊਮਨ ਸੀਗਾ ਹੋਮੋਮਿਡਾ, ਜਿਹੜਾ 4 ਪੈਰਾਂ ਤੇ ਚੱਲਦਾ ਸੀ ਸਰ, ਫਿਰ ਆਇਆ ਹੋਮੋ ਇਰੈਕਟਸ, ਦੀ ਰੀੜ੍ਹ ਦੀ ਹੱਡੀ ਕਾਮਯਾਬ ਹੋ ਗਈ। ਅੱਜ ਦੇ ਆ ਹੈਗੇ ਆਪਾਂ ਹੋਮੋ ਸੈਪੀਅਨਸ, ਜਿਹੜਾ ਸਾਰਾ ਕੁਝ ਜਾਣਦੇ ਆ, ਮਿਜ਼ਾਈਲ ਕਿਵੇਂ ਬਣਾਉਣੀ ਹੈ। ਅਸੀਂ ਬੱਚਿਆਂ ਨੂੰ ਦੱਸ ਦਿੰਦੇ ਹਾਂ, ਪਹਿਲੀ ਵਾਰ ਬਾਬਰ ਆਇਆ ਜਿਹੜਾ ਆਈਸ ਲੈ ਕੇ ਆਇਆ, ਬਰਫ਼, ਤੋਪਾਂ ਇੰਟਰੋਡਿਊਸ ਕੀਤੀਆਂ ਬਾਬਰ ਨੇ। ਅਸੀਂ ਆਹ ਚੀਜ਼ਾਂ ਬੱਚਿਆਂ ਨੂੰ ਦੱਸਦੇ ਹਾਂ, ਉਹ ਸਿਰਫ ਤਾਂ ਹੀ ਦੱਸ ਸਕਾਂਗੇ ਸਰ ਜੇ ਇਹਨੂੰ ਪ੍ਰੈਕਟੀਕਲ ਵੇ ਨਾਲ, ਯੈਸ, ਵੀ ਜੇ ਇਹਨੂੰ ਪ੍ਰੈਕਟੀਕਲ ਵੇ ਨਾਲ ਸਾਰੀਆਂ ਜੇ ਦੇਖੀ ਤੁਸੀਂ, ਇਹ ਬਹੁਤ ਸੋਹਣਾ, ਜਿਵੇਂ ਆ ਲੱਕੜੀ ਦਾ ਵੀ ਰੱਖਿਆ, ਇਹ ਆਪ ਬਣਾਈਆਂ ਜਾਂ ਇਹ ਕਿਤੋਂ ਮਤਲਬ ਪੁਰਾਣੀਆਂ? ਨਹੀਂ ਸਰ, ਇਹ ਸਾਡੇ ਸਟੂਡੈਂਟਸ ਨੇ, ਐਮਏ ਦੇ, ਪੀਜੀ ਦੇ ਸਟੂਡੈਂਟਸ, ਗ੍ਰੈਜੂਏਸ਼ਨ ਦੇ ਸਟੂਡੈਂਟਸ ਨੇ ਬਣਾਈਆਂ ਨੇ ਸਾਰੀਆਂ ਚੀਜ਼ਾਂ। ਇਹਦੇ ਚੋਂ ਕੋਈ ਵੀ ਚੀਜ਼ ਬਾਏ ਨਹੀਂ ਕੀਤੀ ਗਈ, ਨਾ ਹੀ ਇਹ ਬਾਏ ਕੀਤੀਆਂ ਜਾ ਸਕਦੀਆਂ ਨੇ, ਕਿਉਂਕਿ ਉਸ ਵੇਲੇ ਦਾ ਜਿਹੜਾ ਸਮਾਨ ਸੀ, ਅਸੀਂ ਰੋਪੜ ਮਿਊਜ਼ੀਅਮ 'ਚ ਗਏ ਸੀ ਸਰ, ਵਿਜ਼ਿਟ ਕੀਤੀ ਸੀ, ਉੱਥੇ ਦਾ ਸਾਰਾ ਇਹ ਸਮਾਨ ਹੈ ਜਿਹੜਾ ਹੂ ਬਾਹੂ ਸਾਡੇ ਬੱਚਿਆਂ ਨੇ ਆਪਣੀ ਕਲਾਕ੍ਰਿਤੀ ਦਿਖਾਈ। ਕਿਉਂਕਿ ਅਸੀਂ ਅਸਾਈਨਮੈਂਟਸ ਦਿੰਨੇ ਆ ਬੱਚਿਆਂ ਨੂੰ, ਅਸਾਈਨਮੈਂਟਸ ਅਸੀਂ ਐ ਨਹੀਂ ਕਹਿੰਦੇ ਆਪਣੇ ਪੇਜ 4 ਭਰੋ, ਕਿਉਂਕਿ ਸਰ ਜਦੋਂ ਬੱਚਾ 4 ਪੇਜ ਭਰ ਰਿਹਾ ਉਹਦੇ 'ਚ ਉਹ ਨਕਲਾਂ ਵੀ ਮਾਰਿਆ, ਸਾਰਾ ਕੁਝ। ਜਦੋਂ ਪ੍ਰੈਕਟੀਕਲ ਕੀਤਾ ਹੁੰਦਾ ਨਾ, ਪ੍ਰੈਕਟੀਕਲ ਕੰਮ ਬੱਚਾ ਕਦੇ ਵੀ ਨਹੀਂ ਭੁੱਲ ਸਕਦਾ। ਬਿਲਕੁਲ ਜੀ, ਬਿਲਕੁਲ। ਤੇ ਉਸ ਵੇਲੇ ਦੇ ਸਰ ਜਿਵੇਂ ਆ ਪਸ਼ੂਪਤੀ ਸੀਗਾ, ਪਸ਼ੂਪਤੀ ਸ਼ਿਵ ਦੀ ਮੂਰਤੀ, ਉਸ ਵੇਲੇ ਪਤਾ ਚੱਲਦਾ ਹੈ ਕਿ ਸ਼ਿਵ ਜੀ ਦੀ ਉਦੋਂ ਵੀ ਪੂਜਾ ਕੀਤੀ ਜਾਂਦੀ ਸੀ ਸਰ। ਉੱਥੇ ਦਾ ਪ੍ਰੀਸਟ ਸੀ ਉਸ ਵੇਲੇ ਦਾ, ਪ੍ਰੋਹਿਤ। ਇਹ ਤੋਂ ਪਤਾ ਚੱਲਦਾ ਹੈ ਕਿ ਉਸ ਵੇਲੇ ਦੇ ਲੋਕ ਪਾਠ ਪੂਜਾ ਵੱਲ ਧਿਆਨ ਦਿੰਦੇ ਸੀ। ਆ ਜਿਹੜੀ ਸਰ ਉਸ ਵੇਲੇ ਦੀ ਮਿੱਟੀ ਦੇ ਘੜੇ ਕਲਾ, ਹਨਾ, ਆਰਟ ਕਿਵੇਂ ਸੀਗਾ ਉਸ ਵੇਲੇ, ਡੈਟ ਮੀਨਸ ਉੱਥੇ ਦੀਆਂ ਜਨਾਨੀਆਂ ਜਿਹੜੀਆਂ ਕਲਾ ਨਾਲ ਵੀ ਜੁੜੀਆਂ ਹੋਈਆਂ ਸੀਗੀਆਂ, ਜਿਹੜੇ ਕਲਾ ਦੇ ਉਹ ਸਰ। ਆ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਔਰਨਾਮੈਂਟਸ ਨੇ ਉਸ ਵੇਲੇ ਦੇ, ਸਿੰਧੂ ਘਾਟੀ ਸੱਭਿਅਤਾ ਨਾਲ ਰਿਲੇਟਿਡ, ਜਿਹੜੇ ਲੋਕ ਉਸ ਵੇਲੇ ਦੇ ਕਿਹੜੇ ਕਿਹੜੇ ਗਹਿਣੇ ਪਾਉਂਦੀਆਂ ਸੀ ਕੁੜੀਆਂ। ਚੁਹੋਂਦਰੋਂ ਤੋਂ ਸਰ ਪਾਰਲਰ ਦੇ ਅਵਸ਼ੇਸ਼ ਮਿਲੇ ਨੇ। ਅੱਜ ਤੁਹਾਨੂੰ ਇੱਕ ਚੀਜ਼ ਹੋਰ ਦਿਖਾਵਾਂ, ਇਹ ਪਾਰਲਰ ਸੀ ਉਸ ਵੇਲੇ ਦਾ ਸਰ। ਜੁਐਲਰੀ ਸਿਸਟਮ, ਕਿਵੇਂ ਡਰੈਸਿਸ ਪਾਉਂਦੀਆਂ ਸੀ, ਇਤਰ ਕਿਵੇਂ ਉਹ ਕਰਦੀਆਂ ਸੀ ਯੂਜ਼, ਹਨਾ, ਤੇ ਵੀ ਕਾਲੀ ਬੰਗਾ ਤੋਂ ਕਾਲੀਆਂ ਵੰਗਾਂ ਮਿਲੀਆਂ। ਸਾਨੂੰ ਪਤਾ ਚੱਲਦਾ ਸਰ ਵੀ ਉਸ ਵੇਲੇ ਦੇ ਕੁੜੀਆਂ ਵੀ ਜਿਹੜੀਆਂ ਅੱਜ ਵਾਂਗੂ ਤਿਆਰ ਹੋਣਾ ਪਸੰਦ ਕਰਦੀਆਂ ਸੀਗੀਆਂ। ਇਹ ਹੁਣ ਤੋਂ ਨਹੀਂ, 2500 BC ਤੋਂ ਗੱਲ ਹੈ। BC ਮੀਨਸ ਬਿਫੋਰ ਕ੍ਰਾਈਸਟ, ਕ੍ਰਾਈਸਟ ਤੋਂ ਪਹਿਲੇ ਦਾ ਸਮਾਂ ਸਰ। ਇਹ ਸਾਰੇ ਭਾਂਡੇ ਨੇ ਜਿਹੜੇ ਮਿੱਟੀ ਦੇ ਬਣੇ ਹੋਏ ਸੀ, ਉਹ ਪੱਕੇ ਭਾਂਡੇ ਨੇ ਜਿਨ੍ਹਾਂ ਨੂੰ ਟੈਰਾਕੋਟਾ ਕਿਹਾ ਜਾਂਦਾ ਸਰ। ਉਧਰਲੀ ਸਾਈਡ ਟੈਰਾਕੋਟਾ ਭਾਂਡੇ ਨੇ,
ਗੱਡੇ ਠੀਕ ਹੈ ਵਗੈਰਾ ਜੀ। ਸਾਰੇ ਮਤਲਬ ਹਾਂਜੀ, ਇਹ ਸਾਰਾ ਸਰ ਉਸ ਵੇਲੇ ਦਾ ਗੱਡੇ ਕਿਵੇਂ ਉੱਥੇ ਵਪਾਰ ਹੁੰਦਾ ਸੀ, ਗੱਡਿਆਂ ਰਾਹੀਂ ਵੀ, ਸਮੁੰਦਰੀ ਬੇੜਿਆਂ ਰਾਹੀਂ ਪਾਰ ਹੁੰਦਾ ਸੀ ਸਰ। ਸਾਰੇ ਵਪਾਰ ਮਤਲਬ ਕਿ ਇਸ ਤਰੀਕੇ ਨਾਲ ਕੀਤੇ ਜਾਂਦੇ ਸੀ। ਇਹ ਵੇ ਆਫ ਵਪਾਰ ਸੀ, ਟ੍ਰੇਡ ਦੇ ਉਹ ਸੀਗੇ। ਸਾਡਾ ਜਿਹੜਾ ਵਪਾਰ ਹੈ ਸਿੰਧੂ ਘਾਟੀ ਸੱਭਿਅਤਾ ਦਾ, ਕਿਉਂਕਿ ਇੰਡਸ ਰਿਵਰ ਤੇ ਸੀਗੀ ਹਨਾ, ਉਹਦੇ ਕਰਕੇ ਸਾਡਾ ਵਪਾਰ ਹੁੰਦਾ ਸੀ ਮਸੋਪਟਾਮੀਆ ਨਾਲ, ਖੁਰਾਸਨ ਜਿਹੜਾ ਅੱਜ ਦਾ ਅਫਗਾਨਿਸਤਾਨ ਹੈ ਸਰ, ਉਹਦੇ ਨਾਲ ਵਪਾਰ ਹੁੰਦਾ ਸੀ। ਠੀਕ ਹੈ ਜੀ, ਈਰਾਨ ਨਾਲ ਵਪਾਰ ਹੁੰਦਾ ਸੀ, ਪਰਸ਼ੀਆ ਨਾਲ, ਇਹਨਾਂ ਸਾਰੇ ਦੇਸ਼ਾਂ ਨਾਲ ਸਾਡਾ ਵਪਾਰ ਹੁੰਦਾ ਸੀ। ਦੈਟ ਮੀਨ ਸਾਡੇ ਸਬੰਧ ਪਹਿਲਾਂ ਵੀ ਇੰਡੀਆ ਇੰਨਾ ਕੁ ਜ਼ਿਆਦਾ ਸਰ ਮਤਲਬ ਕਿ ਹੈਲਦੀ ਰਿਲੇਸ਼ਨਸ਼ਿਪ ਚ ਹੈ ਕਿ ਲੋਕਾਂ ਨਾਲ ਵਪਾਰ ਜਿਹੜਾ ਆ ਉਹ ਵਧੀਆ ਤਰੀਕੇ ਨਾਲ ਕਰ ਲੈਂਦਾ, ਡੀਲਿੰਗ ਵੀ ਵਧੀਆ ਕਰ ਲੈਂਦਾ ਸਰ। ਇਹ ਰੇਅਰ ਕੋਇਨਸ ਨੇ ਜੀ ਸਾਡੇ। ਹਾਂਜੀ ਮੈਮ, ਆ ਵੀ ਦੇਖੋ ਦੋਸਤੋ, ਇਹਦੀ ਵੀ ਫੋਟੋ ਲਾਵਾਂਗੇ। ਫੁੱਟੀ ਕੌੜੀ, ਕੌੜੀ ਦਮੜੀ। ਇਹ ਰੁਪਈਏ ਦਾ ਇਤਿਹਾਸ ਦੱਸਿਆ ਜੀ, ਪਹਿਲਾਂ ਕੀ ਹੁੰਦਾ ਸੀਗਾ ਇੰਡੀਆ ਦੇ ਵਿੱਚ। ਫੁੱਟੀ ਕੌੜੀ ਸੀ, ਕੌੜੀ ਤੋਂ ਦਮੜੀ ਬਣਿਆ, ਦਮੜੀ ਤੋਂ ਢੇਲਾ ਬਣਿਆ, ਢੇਲੇ ਤੋਂ ਪਾਈ, ਪਾਈ ਤੋਂ ਪੈਸਾ, ਪੈਸੇ ਤੋਂ ਆਨਾ, ਆਨੇ ਤੋਂ 1 ਰੁਪਈਆ। 1 ਰੁਪਏ ਦੀ ਕਾਰਡ ਕੱਢੀ ਹੈ ਸ਼ੇਰਸ਼ਾਹ ਸੂਰੀ ਨੇ ਸਰ। ਇਹ ਸਾਡੇ ਬੱਚਿਆਂ ਨੇ ਸਾਰੇ ਮਤਲਬ ਕਿ ਜਿੰਨੇ ਵੀ ਸਿੱਕੇ ਨਾ ਕਲੈਕਟ ਕਰਕੇ ਲੈ ਕੇ ਇਹਨਾਂ ਨੂੰ ਅਸਾਈਨਮੈਂਟ ਹੀ ਦਿੱਤੀ ਹੈ। ਸਭ ਤੋਂ ਪਹਿਲਾ ਸਿੱਕਾ ਸਰ 1858 ਦਾ, ਜਦੋਂ ਈਸਟ ਇੰਡੀਆ ਕੰਪਨੀ ਹੈ ਜਿਹੜੀ, ਈਸਟ ਇੰਡੀਆ ਕੰਪਨੀ ਜਿਹੜੀ ਹੈ ਰਾਣੀ ਵਿਕਟੋਰੀਆ ਦੇ ਅਧੀਨ ਆ ਚੁੱਕੀ ਸੀ। ਉਹਨੇ ਕਵਰ ਅਪ ਕਰ ਲਈ ਸੀ 1857 ਦਾ ਜਦੋਂ ਵਿਦਰੋਹ ਹੋਇਆ। ਥੋੜਾ ਵਿਦਰੋਹ ਨੂੰ ਟਾਲਣ ਦੇ ਲਈ ਮਤਲਬ ਕਿ ਈਸਟ ਇੰਡੀਆ ਕੰਪਨੀ ਨੂੰ ਉਹਨਾਂ ਨੇ ਆਪਣੇ ਅਧੀਨ ਹੀ ਕਰ ਲਿਆ ਸੀ। ਉਦੋਂ ਤੋਂ ਸਿੱਕੇ ਆ 1 ਰੁਪਏ ਦਾ ਵੀ ਸਿੱਕਾ ਅਸੀਂ ਤਾਂ ਲਗਾ ਰੱਖਿਆ, ਇੱਥੇ ਨੋਟ ਲਗਾ ਰੱਖਿਆ। 1 ਰੁਪਏ ਦੀ ਸਿੱਕੇ ਦੀ ਕਾਰਡ ਵੀ ਸ਼ੇਰਸ਼ਾਹ ਸੂਰੀ ਨੇ ਕੱਢੀ ਸੀ। 1540 ਤੋਂ ਲੈ ਕੇ 45 ਤੱਕ ਦਾ ਅਫਗਾਨ ਦਾ ਟਾਈਮ ਪੀਰੀਅਡ ਸੀ, ਹਿਮਾਯੂ ਤੋਂ ਬਾਅਦ ਦਾ ਟਾਈਮ। ਠੀਕ ਹੈ ਜੀ, ਉੱਥੇ ਤੱਕ ਦਾ ਜਿਹੜਾ ਇਹ ਸਿੱਕਾ ਆ ਅਸੀਂ ਤਾਂ ਦੱਸਿਆ ਵੀ ਬੱਚਿਆਂ ਨੂੰ ਵੀ 1 ਰੁਪਿਆ ਉਦੋਂ ਸ਼ੇਰਸ਼ਾਹ ਸੂਰੀ ਦੀ ਕਾਰਡ ਸੀ ਸਰ। ਇਹ ਜਿਹੜਾ ਕੰਕਾਲ ਪਿਆ ਹੋਇਆ ਇਹ ਵੀ ਸਾਡੇ ਬੱਚਿਆਂ ਨੇ ਆਪ ਹੀ ਬਣਾਇਆ। ਬਿਲਕੁਲ ਜਮਾ ਰੂਬਰੂ। ਇਹ ਰੈਪਲੀਕਾਸ ਨੇ ਸਰ। ਰੈਪਲੀਕਾਸ ਕੀ ਹੈ? ਇਜ਼ ਨੋਟ ਟ੍ਰਾਈਂਗ ਟੂ ਪਾਸ ਦਾ ਓਰੀਜਨਲ ਬਟ ਐਨ ਆਫਨ ਮੇਡ ਬਾय ਦਾ ਆਰਟਿਸਟ ਐਂਡ ਯੂਜ਼ਡ ਫॉर ਹਿਸਟੋਰੀਕਲ ਐਂਡ ਐਜੂਕੇਸ਼ਨਲ ਪਰਪਸਿਸ। ਵੀ ਐਜੂਕੇਸ਼ਨਲ ਦੇ ਪਰਪਸਿਸ ਲਈ ਹੋਈ ਹੈ ਸਾਡਾ ਇਹ ਸਾਰਾ, ਵੀ ਸਾਨੂੰ ਐ ਨਹੀਂ ਵੀ ਇਹ ਓਰੀਜਨਲ ਨਹੀਂ। ਬਟ ਇੱਕ ਵਾਰ ਬੱਚਾ ਇੱਥੇ ਆ ਕੇ ਸਾਰਾ ਦੇਖ ਲੇ ਹਾਂਜੀ, ਇਹ ਡਿਸਕ੍ਰਿਪਸ਼ਨਸ ਵੀ ਤਾਂ ਹੀ ਲਿਖ ਰੱਖੀਆਂ ਨੇ ਸਰ, ਬੱਚੇ ਨੂੰ ਪੁੱਛਣਾ ਹੀ ਨਾ ਪਵੇ ਵੀ ਆ ਮੋਹਰਾਂ ਕਿਹੜੀਆਂ ਨੇ, ਸੇਲ ਖੜੀ ਮੋਹਰ ਕੀ ਸੀਗੀ ਉਸ ਵੇਲੇ ਤੇ, ਕਿਹੜੀਆਂ ਮੋਹਰਾਂ ਯੂਜ਼ ਕੀਤੀਆਂ ਜਾਂਦੀਆਂ ਸੀ, ਵੇਟ ਸਿਸਟਮ ਸੀ। ਅਲਾਉਦੀਨ ਖਿਲਜੀ ਨੇ ਸਰ ਸਾਡੀ ਜਿਹੜੀ ਮਾਰਕੀਟ ਪਲੈਨਿੰਗ ਸਟਾਰਟ ਕੀਤੀ ਸੀ, ਬਟ ਦੇਖ ਲਓ 2500 BC ਦੇ ਵਿੱਚ ਵੀ ਤਕੜੀ ਨਾਲ ਤੋਲਿਆ ਜਾਂਦਾ ਸੀ ਸਮਾਨ, ਤੋਲਿਆ ਜਾਂਦਾ ਸੀ। ਬਾਰਟਰ ਸਿਸਟਮ ਸੀ, ਬਟ ਨਾਲ ਦੀ ਨਾਲ ਇੱਥੇ ਕਰੰਸੀ ਵੀ ਜਿਹੜੀ ਹੈ ਉਹ ਕੀਤੀ ਜਾਂਦੀ ਸੀ। ਬਾਰ-ਬਾਰ ਅਸੀਂ ਸਰ ਉਹ ਦੇਖੋ ਵਿਸ਼ਾਲ ਇਸ਼ਨਾਨ ਘਰ, ਗ੍ਰੇਟ ਲਾਰਜ ਬਾਥ ਟੱਬ ਸੀ ਉਸ ਵੇਲੇ। ਦੇਖੋ ਸਰ ਮਤਲਬ ਕਿ ਉਸ ਵੇਲੇ ਸਮੇਂ ਦੇ ਪੂਲ ਦੇਖੋ, ਸਵੀਮਿੰਗ ਪੂਲ ਅੱਜ ਤੁਸੀਂ ਬਣਾ ਰਹੇ ਹੋ ਦੇਖੋ, ਡੈਟ ਮੀਨਸ ਅਰਬਨ ਸਿਵਲਾਈਜੇਸ਼ਨ ਸੀਗੀ, ਸਭ ਤੋਂ ਮਹਾਨ ਸਿਵਲਾਈਜੇਸ਼ਨ ਮੰਨੀ ਗਈ ਹੈ ਸਾਡੀ ਇਹ। ਤੇ ਉਸ ਵੇਲੇ ਦੇ ਦੇਖੋ ਟॉयਜ਼, ਅੱਜ ਦੇ ਬੱਚੇ ਤਾਂ ਵੀਡੀਓ ਗੇਮਸ ਰਾਹੀਂ ਖੇਡਦੇ ਨੇ, ਉਸ ਵੇਲੇ ਦੇ ਬੱਚੇ ਆਹ ਟॉयਜ਼ ਨਾਲ ਖੇਡਦੇ ਹੁੰਦੇ ਸੀ। ਉਹ ਵੀ ਸਾਡੇ ਬੱਚਿਆਂ ਨੇ ਆਪ ਬਣਾਏ ਨੇ। ਕਿਵੇਂ ਪਰਫਾਰਮ ਕੀਤਾ ਬੱਚੇ ਨੇ? ਵਿਸ਼ਾਲ ਇਸ਼ਨਾਨ ਘਰ ਆਪਣੇ ਆਪ ਬਣਾ ਕੇ ਲੈ ਕੇ ਆਇਆ ਸਾਡੇ ਕੋਲੇ। ਪ੍ਰੀਸਟ ਰੱਖਿਆ, ਹੈਰੋਡੋਟਸ ਸਰ ਸਾਡਾ ਹਿਸਟਰੀ ਦਾ ਪਿਤਾਮਾ, ਕਹਿੰਦੇ ਹਰੇਕ ਸਬਜੈਕਟ ਦਾ ਕੋਈ ਨਾ ਕੋਈ ਫਾਊਂਡਰ ਹੁੰਦਾ ਹੈ। ਇਹ ਗ੍ਰੀਕ ਤੋਂ ਸੀਗੇ। ਅਸੀਂ ਬਾਰ-ਬਾਰ ਬੱਚਿਆਂ ਨੂੰ ਪੁੱਛਦੇ ਹਾਂ ਸਿਕੰਦਰ ਨੂੰ ਮਤਲਬ ਕਿ ਮਹਾਨ ਕਿਉਂ ਕਿਹਾ ਗਿਆ, ਅਲੈਗਜ਼ੈਂਡਰ ਦੀ ਗ੍ਰੇਟ ਹੀ ਕਿਉਂ ਦੱਸਿਆ ਜਾਂਦਾ? ਕਿਉਂਕਿ ਸਰ ਗ੍ਰੀਸ ਵਾਲਿਆਂ ਨੇ ਹਿਸਟਰੀ ਲਿਖੀ ਸੀ ਪਹਿਲੀ ਵਾਰ। ਇਹਦਾ ਜਿਹੜਾ ਜਨਮ ਸੀਗਾ ਇਹ ਗ੍ਰੀਸ ਦਾ ਹੀ ਸੀ ਸਰ। 1885 ਚ ਜਨਮ ਹੋਇਆ, 25 ਚ ਡੈਥ ਹੋ ਗਈ। ਹੁਣ ਤੁਸੀਂ ਕਹੋਗੇ 85 ਚ ਜਨਮ 25 ਚ, ਕਿਉਂਕਿ ਉਸ ਵੇਲੇ BC ਦੇ ਵੇਲੇ ਗਿਣਤੀ ਜਿਹੜੀ ਹੈ ਪੁੱਠੀ ਚੱਲਦੀ ਸੀਗੀ। AD ਦੇ ਵਿੱਚ ਜਿਹੜੀ ਗਿਣਤੀ ਹੈ ਸਿੱਧੀ ਚੱਲਣ ਲੱਗੀ 2023 24 25 26। ਠੀਕ ਹੈ, ਡੈਥ ਆਫਟਰ ਡੈਥ ਜੀਸਸ ਦੀ ਆਫਟਰ ਡੈਥ ਤੋਂ ਬਾਅਦ ਦਾ ਸਮਾਂ। ਤੇ ਸਰ ਇਹ ਸਾਰਾ ਕਨਸੈਪਟ ਅਸੀਂ ਤਾਂ ਲਿਆ ਕਿਉਂਕਿ ਜਿੱਥੋਂ ਸਾਡੀ ਹਿਸਟਰੀ ਸਟਾਰਟ ਡਾਊਨ ਹੁੰਦੀ ਹੈ ਅਸੀਂ ਉੱਥੋਂ ਹੀ ਸਟਾਰਟ ਕਰਨਾ ਸੀ ਇਹ ਕੰਮ। ਤੇ ਸਰ ਉਹਦੇ ਵਿੱਚ ਜਿਹੜੇ ਸਰ ਜੌਨ ਮਾਰਸ਼ਲ ਜਿਹੜੇ ਆਏ ਸੀਗੇ, ਜਿਨ੍ਹਾਂ ਨੇ ਖੁਦਾਈ ਦਾ ਕੰਮ ਕਰਨਾ ਸਟਾਰਟ ਕੀਤਾ ਸੀ, ਦਇਆ ਰਾਮ ਸਾਨੀ, RD ਬੈਨਰਜੀ, ਜਿਨ੍ਹਾਂ ਨੇ ਮੋਹਨਜੋਦਾੜੋ ਦੀ ਜਿਹੜੀ ਹੈ ਖੋਜ ਕੀਤੀ ਸੀ। ਹਾਂਜੀ, ਇਹ ਸਾਰਾ ਸਰ ਅਸੀਂ ਆਰਟ ਐਂਡ ਉਹਦਾ ਕੀ ਸੀਗਾ ਕਨਸੈਪਟ ਇਹ ਸਾਰਾ ਦੱਸਿਆ। ਉਸ ਤੋਂ ਬਾਅਦ ਸਰ ਇੱਕ ਆਜ਼ਾਦੀ ਕਾ ਮਹਾ ਉਤਸਵ ਜਿਹੜਾ ਮੋਦੀ ਸਰਕਾਰ ਨੇ ਸਟਾਰਟ ਕੀਤਾ ਹੋਇਆ, ਅਸੀਂ ਉਹਦੇ ਬਾਰੇ ਵੀ ਦੱਸਿਆ ਕਦੋਂ ਤੋਂ 1857 ਤੋਂ ਲੈ ਕੇ। ਪਰ ਜੇ ਮੈਂ ਪੰਜਾਬ ਦੀ ਗੱਲ ਕਰਦੀ ਹਾਂ ਸਰ, ਐਂਗਲੋ ਸਿੱਖ ਵਾਰ ਵੀ ਹੋਇਆ। ਠੀਕ ਹੈ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਪਹਿਲਾ ਸਾਡਾ ਯੁੱਧ ਹੈ ਜਿਹੜਾ ਪੰਜਾਬ ਦਾ ਛਿੜਿਆ ਉਹ ਸਾਡਾ ਐਂਗਲੋ ਸਿੱਖ ਵਾਰ ਹੀ ਸੀਗਾ। 45 ਚ ਸਟਾਰਟ ਹੋ ਕੇ ਸਰ ਅਸੀਂ 47 ਤੱਕ ਗੱਲਾਂ ਦੱਸੀਆਂ ਹੋਈਆਂ ਨੇ ਇਹਦੀਆਂ, ਵੀ ਕਿਵੇਂ ਕਿਵੇਂ ਯੁੱਧ ਤੇ ਅਸੀਂ ਲੜੇ ਆ, ਕਿਵੇਂ ਕਿਵੇਂ ਪੰਜਾਬ ਦਾ ਕਿੰਨਾ ਕੰਟਰੀਬਿਊਸ਼ਨ ਰਿਹਾ ਆ ਤੇ ਰਹੂਗਾ। ਜੀ ਮੈਮ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਬਹੁਤ ਸੋਹਣਾ ਤੁਸੀਂ ਮਿਊਜ਼ੀਅਮ ਬਣਾਇਆ ਹੋਇਆ। ਵੀ ਜੋ ਬੱਚਾ ਇੱਥੇ ਐਂਟਰ ਹੋ ਗਿਆ ਸਮਝ ਲਓ ਹਿਸਟਰੀ ਨੂੰ ਪਤਾ ਲੱਗ ਗਿਆ ਵੀ ਹਿਸਟਰੀ ਕੀ ਚੀਜ਼ ਹੈ। ਤੇ ਪਰ ਜੇ ਹੁਣ ਗੱਲ ਕਰੀਏ ਜੇ ਕੋਈ ਬੱਚਾ ਐਡਮਿਸ਼ਨ ਲੈਣਾ ਚਾਹੁੰਦਾ ਵੀ ਹਿਸਟਰੀ ਕਿਉਂ ਲਵੇ ਜੀ? ਸਰ ਵਾਈ ਸਟੂਡੈਂਟ ਚੂਜ਼ ਹਿਸਟਰੀ ਸਬਜੈਕਟ? ਕਿਉਂ ਅਸੀਂ ਬਾਰ-ਬਾਰ ਕਹਿੰਦੇ ਆ ਵੀ ਸਾਡਾ ਹੀ ਸਬਜੈਕਟ ਕਿਉਂ ਪੜੋ? ਕਿਉਂਕਿ ਸਰ ਸਾਡਾ ਸਬਜੈਕਟ ਸਾਰੀ ਸੋਸ਼ਲ ਸਾਇੰਸਿਸ ਦੀ ਮਦਰ ਹੈ। ਸਾਡੇ ਬਿਨਾਂ ਸਰ ਕਿਸੇ ਦੀ ਗਤੀ ਨਹੀਂ, ਇੱਥੋਂ ਤੱਕ ਕਿ ਮੈਥ ਡਿਪਾਰਟਮੈਂਟ ਦੀ ਵੀ ਗਤੀ ਨਹੀਂ। ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਇਤਿਹਾਸ ਨਹੀਂ ਫਰੋਲੀ ਕਰਦੇ ਕੁਝ ਨਹੀਂ। ਅਸੀਂ ਆਮ ਹੀ ਕਹਿੰਦੇ ਆ ਸਰ ਵੀ ਜਿਹੜਾ ਹਿਸਟਰੀ ਪੜ੍ਹਦਾ ਹੈ ਨਾ ਉਹ ਇੱਕ ਦਿਨ ਇਤਿਹਾਸ ਦੇ ਪੰਨਿਆਂ ਤੇ ਆ ਜਾਂਦਾ, ਜਿਹੜਾ ਹਿਸਟਰੀ ਨਹੀਂ ਪੜ੍ਹਦਾ ਉਹ ਇਤਿਹਾਸ ਦੇ ਪੰਨਿਆਂ ਤੋਂ ਆਟੋਮੈਟਿਕਲੀ ਗਾਇਬ ਹੋ ਜਾਂਦਾ।
ਸਰ ਆ ਸਾਡੇ ਹਿਸਟਰੀ ਕਿਉਂ ਲਓ, ਕਿਉਂਕਿ ਅਧਿਆਪਨ ਖੇਤਰ ਦੇ ਵਿੱਚ ਬੀਐਡ ਕਰਦੇ ਨੇ ਬੱਚੇ, ਕਿਉਂਕਿ ਕੰਬੀਨੇਸ਼ਨ ਜਿਹੜਾ ਆ ਐਸਐਸਟੀ ਦਾ ਬਣਦਾ ਬੱਚੇ ਦਾ, ਬੜੀ ਜਲਦੀ ਬੱਚੇ ਦਾ ਟੈਟ ਕਲੀਅਰ ਹੋ ਜਾਂਦਾ, ਕਿਉਂਕਿ 60 ਤੋਂ 70% ਹਿਸਟਰੀ ਹੀ ਬੀਐਡ ਦੇ ਵਿੱਚ ਆ ਰਹੀ ਹੈ। ਜਿਹੜੇ ਸਿਵਲ ਸਰਵਿਸਿਜ਼ ਦੇ ਜਿੰਨੇ ਵੀ ਪੇਪਰ ਨੇ ਉਹਨਾਂ 'ਚ ਸਰ ਕਿਸੇ 'ਚ 35% ਆ ਰਹੀ ਹੈ, ਕਿਸੇ 'ਚ 40%, ਮਤਲਬ ਹਿਸਟਰੀ ਬਿਨਾਂ ਗਤੀ ਨਹੀਂ ਜੀ। यूपीएससी करनी है, आईएएस मतलब कि सिविल ਉਹਦੇ 'ਚ ਜਾਣਾ ਤਾਂ ਵੀ ਤੁਹਾਨੂੰ ਹਿਸਟਰੀ ਪੜ੍ਹਨੀ ਪੈਣੀ ਹੈ, ਲਾਅ ਕਰਨੀ ਹੈ ਦੈਨ ਹਿਸਟਰੀ ਦਾ ਇੱਕ ਪੇਪਰ ਉਹਦੇ 'ਚ ਆਉਂਦਾ ਹੀ ਆਉਂਦਾ ਸਰ। ਡਿਫੈਂਸ 'ਚ ਜਾਣਾ ਆ, ਪੁਰਾਤਤਵ ਵਿਭਾਗ ਸਰ ਜਿਹਦੇ ਥਾਂ ਤੇ ਅਸੀਂ ਮਿਊਜ਼ੀਅਮ ਬਣਾਇਆ ਹੋਇਆ, ਆਰਕੋਲੋਜੀਕਲ ਡਿਪਾਰਟਮੈਂਟ ਸਰ ਬੱਚਿਆਂ ਨੂੰ ਪਤਾ ਹੀ ਨਹੀਂ। ਮੈਂ ਜਦੋਂ ਇੱਥੇ ਆਈ ਸੀ ਨਾ ਬੱਚਿਆਂ ਨੂੰ ਇੰਨਾ ਹੀ ਪਤਾ ਪਟਵਾਰੀ ਦਾ ਟੈਸਟ ਦੇਣਾ, ਪੁਲਿਸ ਦਾ ਟੈਸਟ ਦੇਣਾ। ਬੱਚਿਆਂ ਨੂੰ ਆ ਕੇ ਅਸੀਂ ਦੱਸਿਆ ਪੁਰਾਤਤਵ ਵਿਭਾਗ ਦੇ ਵਿੱਚ ਵੀ ਪੋਸਟਾਂ ਨਿਕਲਦੀਆਂ, ਮਿਊਜ਼ੀਅਮ ਦਾ ਇੰਸਟ੍ਰਕਟਰ ਵੀ ਬਣਿਆ ਜਾ ਸਕਦਾ ਹੈ, ਸੈਰ ਸਪਾਟਾ ਵਿਭਾਗ ਟੂਰਿਸਟ ਡਿਪਾਰਟਮੈਂਟ ਦੇ ਵਿੱਚ ਵੀ ਸਾਡੀ ਇਹ ਬੁੱਕਤ ਪੈਂਦੀ ਹੈ ਸਰ। ਬੱਚਾ ਜੇ ਇਤਿਹਾਸ ਦੇ ਵਿੱਚ ਉਹਦੀ ਪੂਰਾ ਹੋਲਡ ਹੈ, ਜੇ ਬੱਚੇ ਨੂੰ ਇਤਿਹਾਸਿਕ ਤੱਥਾਂ ਦਾ ਪਤਾ ਹੈ, ਮੈਂ ਬਾਰ-ਬਾਰ ਕਹਿੰਦੀ ਹਾਂ ਅਸੀਂ ਡੇਟਾਂ ਚੇਂਜ ਨਹੀਂ ਕਰ ਸਕਦੇ ਬਟ ਅਸੀਂ ਵਿਊਜ਼ ਚੇਂਜ ਕਰ ਲੈਂਦੇ ਹਾਂ। ਤੁਹਾਡਾ ਵਿਊ ਹੋਰ ਹੋਊਗਾ, ਮੇਰਾ ਵਿਊ ਹੋਰ ਹੋਊਗਾ, ਪੁਆਇੰਟ ਆਫ ਵਿਊ ਚੇਂਜ ਹੋ ਸਕਦਾ, ਪੁਆਇੰਟ ਆਫ ਵਿਊ ਚੇਂਜ ਹੋ ਸਕਦਾ। ਬੰਦਾ ਕਿਉਂ ਆਇਆ, ਬਾਬਰ ਕਿਉਂ ਆਇਆ ਇੱਥੇ, ਅਕਬਰ ਨੂੰ ਅਕਬਰ ਦੀ ਗ੍ਰੇਟ ਕਿਉਂ ਕਿਹਾ ਗਿਆ, ਪਰ ਜੋ ਡੇਟ ਹੈਗੀ ਉਹ ਹੀ ਡੇਟ ਨਹੀਂ ਅਸੀਂ ਚੇਂਜ ਕਰ ਸਕਦੇ ਸਰ। ਵਿਊ ਚੇਂਜ ਹੋ ਸਕਦੇ ਹਿਸਟੋਰੀਅਨ ਦੇ, ਹਰੇਕ ਨੇ ਆਪਣੇ ਤਰੀਕੇ ਨਾਲ ਕਿਸੇ ਨੂੰ ਹੀਰੋ ਬਣਾ ਦੇਣਾ, ਕਿਸੇ ਨੂੰ ਜ਼ੀਰੋ ਬਣਾ ਦੇਣਾ। ਇਹ ਡਿਪੈਂਡ ਔਨ ਹਿਸਟੋਰੀਅਨ ਮਾਈਂਡ, ਠੀਕ ਹੈ, ਇਤਿਹਾਸਕਾਰ ਬਣ ਸਕਦਾ ਸਰ। ਇੱਕ ਚੀਜ਼ ਹੋਰ ਹੈ ਸਾਡੇ ਡਿਪਾਰਟਮੈਂਟ 'ਚ ਨਾ ਅਸੀਂ ਇਹ ਮਾਡਲਸ ਬਣਵਾਏ ਨੇ ਬੱਚਿਆਂ ਵੱਲੋਂ। ਮਾਡਲਸ ਕੀ ਹੈ, ਸਾਡੇ ਸਿਲੇਬਸ ਦਾ ਪਾਰਟ ਹੈ ਇੱਕ ਜੀ, ਮਤਲਬ ਕਿ ਸਿਲੇਬਸ ਦੇ ਵਿੱਚ ਆ ਸਾਰਾ ਪਾਰਟ ਹੈ। ਜਿਵੇਂ ਹਰਮੰਦਰ ਸਾਹਿਬ ਪੰਜਾਬ ਹਿਸਟਰੀ ਪੜ੍ਹਾਉਂਦੇ ਆ ਸਰ, ਉਹਦੇ ਵਿੱਚ ਦੱਸਿਆ ਜਾਂਦਾ ਵੀ ਬੱਚੇ ਨੂੰ ਕਿਹਾ ਜਾਂਦਾ ਹਰਮੰਦਰ ਸਾਹਿਬ ਕਿਵੇਂ ਦੱਸੇਗਾ ਸਾਨੂੰ, ਕਿੰਨੀ ਵਾਰ ਹਮਲੇ ਹੋਏ, ਕਦੋਂ ਹੋਇਆ, ਸਾਈਂ ਮੀਆਂ ਮੀਰ ਨੇ ਕਦੋਂ ਇਹਦਾ ਨੀਂਹ ਪੱਥਰ ਰੱਖਿਆ, ਠੀਕ ਹੈ। 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਵਿਰਾਜਮਾਨ ਕੀਤਾ, ਬਾਬਾ ਬੁੱਢਾ ਪਹਿਲੇ ਗ੍ਰੰਥੀ ਸੀਗੇ। ਇਹ ਬੱਚੇ ਜਿਹੜੇ ਨੇ ਸਰ ਮਾਡਲ ਬਣਾ ਕੇ ਲਿਆਂਦੇ। ਸਾਡੇ ਡਿਪਾਰਟਮੈਂਟ ਦੇ ਦੋ ਮੋਟਿਵ ਨੇ, ਇੱਕ ਲੀਡਰਸ਼ਿਪ ਤੇ ਇੱਕ ਯੂਨਿਟੀ ਪੈਦਾ ਕਰਨੀ ਬੱਚਿਆਂ ਦੇ ਵਿੱਚ। ਯੂਨਿਟੀ 10-10 ਬੱਚਿਆਂ ਨੂੰ ਮਾਡਲ ਦੇ ਦਿੰਦੇ ਆ ਬਣਾਉਣ ਨੂੰ ਸਰ, ਬੱਚੇ ਬੈਠਦੇ ਨੇ ਬਣਾਉਂਦੇ ਨੇ ਮਾਡਲ, ਇਹਨੂੰ ਐਕਸਪਲੋਰ ਕਰਦੇ ਨੇ ਇਹਦੀ ਹਿਸਟਰੀ। ਇੱਕ ਮਾਡਲ ਦੀ ਹਿਸਟਰੀ ਜਿਵੇਂ ਸਾਕਾ ਨਨਕਾਣਾ ਸਾਹਿਬ, ਇਹਦੀ ਹਿਸਟਰੀ ਸਾਰੇ ਬੱਚਿਆਂ ਨੂੰ ਯਾਦ ਹੋ ਜਾਂਦੀ ਹੈ। ਜਦੋਂ ਯਾਦ ਹੋ ਗਈ ਜਦੋਂ ਯਾਦ ਹੋ ਗਈ ਡਿਸਕ੍ਰਿਪਸ਼ਨਾਂ ਵੀ ਲਿਖੀਆਂ ਹੋਈਆਂ ਨੇ ਸਰ ਅਸੀਂ, ਉਹ ਬੱਚਾ ਉਹੀ ਜਿਹੜੀ ਹੈ ਹਿਸਟਰੀ ਹੈ ਉਹ ਪ੍ਰੈਜ਼ੈਂਟ ਕਰਦਾ ਕਲਾਸ ਦੇ ਵਿੱਚ। ਨਾਲੇ ਤਾਂ ਉਹਦੇ 'ਚ ਲੀਡਰਸ਼ਿਪ ਦੇ ਗੁਣ ਆਉਂਦੇ, ਕਿਉਂਕਿ ਲੀਡਰਸ਼ਿਪ ਪਾਵਰ ਦਾ ਉਹ ਨਹੀਂ, ਲੀਡਰਸ਼ਿਪ ਰਿਸਪੌਂਸਿਬਿਲਟੀ। ਉਹਦੇ ਤੇ 9 ਬੱਚਿਆਂ ਦੀ ਰਿਸਪੌਂਸਿਬਿਲਟੀ ਹੈ ਵੀ ਮੈਂ ਇਹਨਾਂ ਨੂੰ ਡਿੱਗਣ ਨਹੀਂ ਦੇਣਾ, ਮੈਡਮ ਨੂੰ ਪੂਰੀ ਹਿਸਟਰੀ ਦੱਸਣੀ ਹੈ। ਜਿਹੜੀ ਮੈਡਮ ਮੈਨੂੰ ਕੁਐਸਚਨ ਪੁੱਟ ਕਰ ਰਹੇ ਨੇ ਉਹਦੇ ਨਾਲ ਰਿਲੇਟਡ ਮੈਂ ਸਾਰਾ ਕੁਝ ਆਪਣੇ ਕਲਾਸਮੇਟਸ ਨੂੰ ਵੀ ਦੱਸਣਾ ਹੈ, ਟੀਚਰਸ ਨੂੰ ਵੀ ਦੱਸਣਾ। ਸਾਰੇ ਬੱਚਿਆਂ ਨੇ ਬਣਾਇਆ ਹੋਇਆ? ਹਾਂਜੀ ਸਰ, ਇਹ ਸਾਰੇ ਬੱਚਿਆਂ ਨੇ ਬਣਾਏ ਹੋਏ ਨੇ। ਸਭ ਮਾਡਲਸ ਉਹਨਾਂ ਦੇ। ਆਦਿ ਮਾਨਵ ਕਿੱਥੋਂ ਆਇਆ, ਸਾਊਥ ਅਫਰੀਕਾ ਤੋਂ ਆਇਆ, ਇਥੋਪੀਆ ਤੋਂ ਆਇਆ। ਇਹਦੇ ਵੀ 3 ਪਾਰਟ ਨੇ ਸਰ, ਸਟੋਨ ਏਜ ਹੋ ਗਈ, ਕਾਪਰ ਏਜ ਹੋ ਗਈ, ਆਇਰਨ ਏਜ ਹੋ ਗਈ। ਜਿਵੇਂ ਮੈਂ ਹਿਸਟਰੀ ਦਾ ਦੱਸਿਆ, ਪ੍ਰੀ ਹਿਸਟਰੀ, ਪ੍ਰੋਟੋ ਹਿਸਟਰੀ, ਹਿਸਟੋਰੀਕਲ ਪੀਰੀਅਡ। ਫਿਰ ਜਿਹੜਾ ਹਿਊਮਨ ਹੈ ਉਹਦਾ ਵੀ ਦੱਸਦਾ, ਹੋਮੋ ਮਿਡਾ ਆ, ਹੋਮੋ ਇਰੈਕਟਸ ਆ, ਠੀਕ ਹੈ ਜੀ। ਤੇ ਅੱਜ ਦੇ ਆਪਾਂ ਹੋਮੋ ਸੈਪੀਅੰਸ ਆ। ਹਿਸਟਰੀ ਸਾਡੀ ਸਰ ਬਹੁਤ ਵਾਈਡ ਹੈ। ਹਿਸਟਰੀ ਨੂੰ 3 ਪਾਰਟ 'ਚ, ਇੰਡੀਅਨ ਹਿਸਟਰੀ ਨੂੰ 3 ਪਾਰਟ 'ਚ ਡਿਵਾਈਡ ਕਰਦੇ, ਏਂਸ਼ੀਅੰਟ ਇੰਡੀਆ, ਮੈਡੀਵਲ ਇੰਡੀਆ ਐਂਡ ਮਾਡਰਨ ਇੰਡੀਆ, ਠੀਕ ਹੈ। ਇੰਡੀਆ 'ਚ ਰਹਿ ਰਹੇ ਆ, ਇੰਡੀਆ ਦੀ ਗੱਲ ਕਰਨੀ ਆ, ਮੇਰਾ ਭਾਰਤ ਮਹਾਨ, ਸਾਡੇ ਤੋਂ ਬਿਨਾ ਕੋਈ ਵੀ ਨਹੀਂ ਸਰ ਜੀ। ਮੈਮ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਬਹੁਤ ਵਧੀਆ ਤੁਸੀਂ ਹਿਸਟਰੀ ਤੇ ਚਾਨਣਾ ਪਾਇਆ, ਤੇ ਦਰਸ਼ਕਾਂ ਨੂੰ ਵੀ ਆਸ ਕਰਦੇ ਹਾਂ ਪਸੰਦ ਆਊਗਾ, ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਕਿਉਂਕਿ ਜ਼ਿਆਦਾਤਰ ਜਿੱਥੇ ਵੀ ਹਿਸਟਰੀ ਪੜ੍ਹਦੇ ਆ, ਪੜ੍ਹਨ ਵੇਲੇ ਹਰ ਕੋਈ ਕਿਤਾਬ ਬੰਦ ਕਰ ਦਿੰਦਾ, ਪਰ ਜੋ ਇੱਥੋਂ ਦੇਖ ਕੇ ਪਤਾ ਲੱਗਦਾ ਤਾਂ ਹਰ ਕੋਈ ਇਹਨੂੰ ਗੈਟ ਕਰਨ ਦੀ ਕੋਸ਼ਿਸ਼ ਕਰੇ। ਹਾਂਜੀ ਸਰ, ਬਸ ਸਾਨੂੰ ਵੀ ਐਂ ਸੀ ਅਸੀਂ ਹਿਸਟਰੀ ਨੂੰ ਕਿਵੇਂ ਇੰਟਰਸਟਿੰਗ ਵੇ ਨਾਲ ਬੱਚਿਆਂ ਤੱਕ ਲੈ ਕੇ ਜਾਣਾ ਹੈ, ਉਹਦੇ ਲਈ ਸਰ ਅਸੀਂ ਸਫਲ ਹੋਏ ਆ। ਇਹ ਮੇਰਾ ਡਿਪਾਰਟਮੈਂਟ ਹੈ ਸਰ, ਜਿਹਦੇ 'ਚ ਮੇਰੇ ਕਲੀਗਸ ਨੇ, ਇਹ ਮੈਡਮ ਰੁਪਿੰਦਰ ਨੇ, ਮੈਡਮ ਮਨਦੀਪ, ਡਾਕਟਰ ਹਰਜਿੰਦਰ ਕੌਰ ਸਰ, ਇਹਨਾਂ ਦੀ ਮਦਦ ਨਾਲ ਹੀ ਡਿਪਾਰਟਮੈਂਟ ਚੱਲ ਰਿਹਾ ਆ। ਤੇ ਅਸੀਂ ਸਾਡੇ ਸਾਰਿਆਂ ਦਾ ਵਿਜ਼ਨ ਹੈ ਵੀ ਜੋ ਅਸੀਂ ਇਸ ਡਿਪਾਰਟਮੈਂਟ ਨੂੰ ਤੋਰੀ ਫਿਰਦੇ ਆ, ਜੋ ਵੀ ਬੱਚਾ ਸਾਡੇ ਨਾਲ ਜੁੜੇ ਤਾਂ ਘੱਟੋ ਘੱਟ ਹਾਂਜੀ ਉਹ ਹਿਸਟਰੀ ਪ੍ਰੋਪਰ ਲੈ ਕੇ ਚੱਲੇ, ਤੇ ਹਿਸਟਰੀ ਬਾਰੇ ਅੱਗੇ ਵੀ ਦੱਸੇ, ਚਾਨਣਾ ਪਾਵੇ, ਨਾਲ ਦੀ ਨਾਲ ਆਪਣਾ ਕੋਈ ਨਾ ਕੋਈ ਟੈਸਟ ਕਲੀਅਰ ਕਰਕੇ ਆਪਦੀ ਜੋਬ ਹੈ ਜਿਹੜੀ ਉਹ ਲੈ ਸਕੇ। ਥੈਂਕ ਯੂ ਸਰ। ਥੈਂਕ ਯੂ। ਥੈਂਕ ਯੂ ਸਰ।